आ जिहड़े तुसीं अखबारां विच इश्तिहार पढ़दे हो इसे ਲਈ ने ना। रिद सिद अवरा साध, इन्हां रिद्धियां सिद्धियां दे स्वाद भी होर पासे लै जांदे ने, पाप परमेश्वर वाले पासे नहीं लगन दिंदे। आदमी लोकां दी खुशामत, प्रतिष्ठा, वडियाई, माया, दौलत इकट्ठी करन विच लग जांदा है ते रब नूं भुल जांदा है। इसे ਲਈ सतगुरु कहंदे ने रिद सिद अवरा साध, सानू रिद्धियां सिद्धियां दे भी लोड़ नहीं, गुरसिख रिद्धियां सिद्धियां नूं भी नहीं चाहुंदे, क्योंकि सतगुरु कहंदे रिद सिद अवरा साध, रिद्धियां सिद्धियां दा स्वाद भी होर पासे लै जांदा है, परमेश्वर वाले पासे नहीं सानू लगन दिंदा। ਇਹਦੇ ਵਿੱਚ ਇਹਨਾਂ ਦੇ ਨਾਲ ਵੀ ਨਾਮ ਦਾ ਰਸ ਨਹੀਂ ਆਉਂਦਾ। ਆ ਜਿੰਨੇ ਰਿੱਧੀਆਂ ਸਿੱਧੀਆਂ ਵਾਲੇ ਲੋਕ ਨੇ, ਤੁਸੀਂ ਉਹਨਾਂ ਦੇ ਕੋਲ ਜਾ ਕੇ ਦੇਖੋ, ਉਹ ਸਿੱਖੀ ਸੇਵਕੀ ਦੇ ਵਿੱਚ, ਦੁਨੀਆ ਦੀ ਮਾਣ ਵਡਿਆਈ ਦੇ ਵਿੱਚ ਅਤੇ ਕੁਛ ਬਣਨ ਦੀ ਲਾਲਸਾ ਦੇ ਵਿੱਚ ਇੰਨੇ ਖਾਚਤ ਹੋ ਚੁੱਕੇ ਨੇ ਤੇ ਰੱਬ ਦੀ ਗੱਲ ਹੀ ਉਹਨਾਂ ਨੂੰ ਭੁੱਲੀ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਇਹਨਾਂ ਰਿੱਧੀਆਂ ਸਿੱਧੀਆਂ ਦਾ ਵੀ ਸਵਾਦ ਹੋਰ ਪਾਸੇ ਮਨੁੱਖ ਨੂੰ ਲੈ ਜਾਂਦਾ ਹੈ ਅਤੇ ਇਹਦੇ ਨਾਲ ਮਨੁੱਖ ਨੂੰ ਕੋਈ ਲਾਭ ਨਹੀਂ ਹੈ। ਔਰ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਕਈ ਤਾਂ ਵਿਹਤ ਤਰੀਕੇ ਵੀ ਨੇ ਤੇ ਕਈ ਅਵਿਹਤ ਤਰੀਕੇ ਵੀ ਨੇ, ਗਲਤ ਤਰੀਕੇ ਵੀ ਨੇ, ਜਿਨ੍ਹਾਂ ਦੇ ਨਾਲ ਰਿੱਧੀਆਂ ਸਿੱਧੀਆਂ ਲੋਕ ਪ੍ਰਾਪਤ ਕਰਦੇ ਸਨ। ਠੀਕ ਹੈ, ਕੋਈ ਯੋਗ ਸਾਧਨ ਕਰਕੇ ਸਿੱਧੀ ਪ੍ਰਾਪਤ ਕਰਦੇ ਸਨ, ਜਿਵੇਂ ਯੋਗੀ ਲੋਕ ਸਨ, ਤੇ ਕੁਝ ਐਸੇ ਵੀ ਸਨ ਜਿਨ੍ਹਾਂ ਦੇ ਵਿੱਚ ਘੋਰੀ ਲੋਕ ਸਨ, ਆ ਸਰੇਵੜੇ ਜੈਨੀ, ਉਹਨਾਂ ਦੇ ਬਾਰੇ ਇਹ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ। ਔਰ ਇਹ 40 ਦਿਨ ਇੱਕ ਫੱਟੇ ਤੇ ਲੇਟ ਕੇ ਭੁੱਖੇ ਪਿਆਸੇ ਰਹਿੰਦੇ, ਤੇ ਫਿਰ ਇਹਨਾਂ ਦਾ ਭੋਜਨ ਕੀ ਹੁੰਦਾ ਸੀ? ਮਲ ਮੂਤਰ, ਗੰਦਗੀ। ਵੇਖ ਲਓ ਲੋਕ ਕੀ ਕੁਛ ਕਰਦੇ ਨੇ ਰਿੱਧੀਆਂ ਸਿੱਧੀਆਂ ਲੈਣ ਵਾਸਤੇ। 40 ਦਿਨ ਮਲ ਮੂਤਰ ਭਖਣ ਕਰਕੇ, ਆ ਗੰਦਗੀ ਨੂੰ ਖਾ ਕੇ ਉਹ ਕਿਸੇ ਮੰਤਰ ਦਾ ਜਾਪ ਕਰਦੇ ਸਨ, ਫਿਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਸਨ। ਪਰ ਸਿਮਰਨ ਵਾਲਿਆਂ ਨੂੰ ਸੁਤੇ ਸਿੱਧ ਹੀ ਇਹ ਮਿਲ ਜਾਂਦੀਆਂ। ਔਰ ਕਹਿੰਦੇ ਨੇ ਇੱਕ ਐਸੀ ਹੀ ਸਿੱਧੀ ਵਾਲਾ ਘੋਰੀ ਸਾਧੂ ਕਿਸੇ ਝਿੜੀ ਵਿੱਚ ਰਹਿੰਦਾ ਸੀ, ਤੇ ਬਹੁਤ ਸਾਰੇ ਲੋਕ ਉਹਦੇ ਕੋਲੇ ਆਉਂਦੇ ਜਾਂਦੇ, ਕਿਸੇ ਦੀਆਂ ਮਾੜੀਆਂ ਮੋਟੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ, ਕਿਉਂਕਿ ਮਾੜੀ ਮੋਟੀ ਵਾਰ ਸ਼ਰਾਬ ਦੀ ਸ਼ਕਤੀ ਇਹਨਾਂ ਵਿੱਚ ਆ ਜਾਂਦੀ ਹੈ ਰਿੱਧੀਆਂ ਸਿੱਧੀਆਂ ਵਾਲਿਆਂ ਵਿੱਚ। ਤੇ ਇੱਕ ਪਿੰਡ ਦਾ ਕੋਈ ਚੌਧਰੀ ਸੀ, ਉਹ ਘੋੜੇ ਤੇ ਚੜ੍ਹ ਕੇ ਇੱਕ ਦਿਨ ਇਸ ਝਿੜੀ ਦੇ ਕੋਲ ਦੀ ਲੰਘਿਆ। ਇਹ ਜਿਹੜਾ ਘੋਰੀ ਸਾਧੂ ਸੀ, ਇਹਨੇ ਸੋਚਿਆ ਵੀ ਸ਼ਾਇਦ ਮੇਰੇ ਵੱਲ ਆ ਰਿਹਾ ਹੈ, ਪਰ ਉਹ ਤੇ ਇਹਦੇ ਵੱਲ ਆਇਆ ਹੀ ਨਾ, ਉਹ ਤੇ ਅੱਗੇ ਸਿੱਧਾ ਨਿਕਲ ਗਿਆ। ਇਸ ਘੋਰੀ ਸਾਧੂ ਦੇ ਮਨ ਦੇ ਵਿੱਚ ਇੰਨੀ ਈਰਖਾ ਤੇ ਇੰਨਾ ਹੰਕਾਰ, ਕਹਿਣ ਲੱਗਾ ਹੈ ਮੈਂ ਇੰਨੀ ਘੋਰ ਤਪੱਸਿਆ ਕੀਤੀ ਤੇ ਇਹ ਬੰਦਾ ਮੇਰੇ ਕੋਲ ਦੀ ਬਿਨਾਂ ਨਮਸਕਾਰ ਕੀਤਿਆਂ ਅੱਗੇ ਲੰਘਦਾ ਜਾ ਰਿਹਾ ਹੈ, ਇਹ ਕੌਣ ਹੋਵੇਗਾ? ਮੈਂ ਉਹਨੂੰ ਕੁਛ ਦਿਖਾਵਾਂ ਜਲਵਾ, ਫੇਰ ਹੀ ਇਹ ਮੇਰੇ ਪੈਰਾਂ ਤੇ ਡਿੱਗੇਗਾ। ਉਹਨੇ ਕੀ ਕੀਤਾ, ਬੈਠਿਆਂ ਬੈਠਿਆਂ ਆਪਣੀ ਰਿੱਧੀ ਸਿੱਧੀ ਦਾ ਪ੍ਰਯੋਗ ਕੀਤਾ, ਬਚਨ ਕਰ ਦਿੱਤਾ, ਕਹਿੰਦਾ ਇਹਦਾ ਘੋੜਾ ਮਰ ਜਾਵੇ। ਹੁਣ ਘੋੜੇ ਤੇ ਚੜ੍ਹਿਆ ਜਾਂਦਾ ਸੀ, ਤੇ ਜਦੋਂ ਘੋੜੇ ਤੇ ਚੜ੍ਹਿਆ ਜਾਂਦਾ ਸੀ ਅਚਾਨਕ ਉਸ ਦਾ ਘੋੜਾ ਮਰ ਗਿਆ, ਘੋੜਾ ਡਿੱਗ ਪਿਆ। ਔਰ ਹੈ ਬਿਲਕੁਲ ਉਹ ਝਿੜੀ ਦੇ ਨੇੜੇ ਹੀ ਸੀ, ਹਾਰੇ ਝਿੜੀ ਦੀ ਜੂਹ ਦੇ ਵਿੱਚ ਹੀ ਜਾ ਰਿਹਾ ਸੀ। ਤੇ ਜਦੋਂ ਘੋੜਾ ਡਿੱਗਿਆ ਪਿਆ ਹੈ ਤੇ ਜਿਹੜਾ ਚੌਧਰੀ ਸੀ ਉਹ ਘੋੜੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਹੈ ਵੀ ਇਹ ਕੋਈ ਬਿਮਾਰ ਨਹੀਂ ਹੋਇਆ, ਕੋਈ ਹੋਰ ਕਾਰਨ ਨਹੀਂ ਬਣਿਆ, ਇਹ ਅਚਾਨਕ ਘੋੜਾ ਮਰ ਕਿਵੇਂ ਗਿਆ? ਥੋੜ੍ਹੀ ਦੇਰ ਬਾਅਦ ਇਹਨੇ ਇੱਧਰ ਉੱਧਰ ਵੇਖਿਆ, ਉਹ ਜਿਹੜਾ ਘੋਰੀ ਸਾਧੂ ਸੀ ਤੇ ਜ਼ੋਰ ਜ਼ੋਰ ਦੀ ਹੱਸਣ ਲੱਗਿਆ। ਇਹ ਹੈਰਾਨ ਹੋਇਆ, ਕਹਿੰਦਾ ਵੀ ਇਹ ਕਿਉਂ ਹੱਸਦਾ? ਚਲੋ ਇਹਦੇ ਕੋਲ ਚੱਲਦੇ ਹਾਂ। ਤੇ ਜਾ ਕੇ ਘੋਰੀ ਸਾਧੂ ਦੇ ਜਾ ਕੇ ਚਲੋ ਥੋੜ੍ਹੀ ਬਹੁਤ ਸਲਾਮ ਦੁਆ ਕੀਤੀ ਤੇ ਕੋਲੇ ਬੈਠ ਗਿਆ ਤੇ ਕਹਿਣ ਲੱਗਾ ਮਹਾਰਾਜ ਮੇਰੇ ਘੋੜੇ ਨੂੰ ਪਤਾ ਨਹੀਂ ਕੀ ਹੋ ਗਿਆ, ਅਚਾਨਕ ਹੀ ਤੁਰਿਆ ਜਾਂਦਾ ਡਿੱਗ ਪਿਆ, ਮਰ ਗਿਆ। ਉਹ ਜਿਹੜਾ ਘੋਰੀ ਸਾਧੂ ਸੀ ਉਹਨੂੰ ਕਹਿਣ ਲੱਗਾ ਤੈਨੂੰ ਨਹੀਂ ਪਤਾ ਇਹ ਘੋੜਾ ਕਿਉਂ ਮਰਿਆ? ਉਹ ਕਹਿੰਦਾ ਜੀ ਮੈਨੂੰ ਕੋਈ ਪਤਾ ਨਹੀਂ। ਕਹਿੰਦਾ ਅਸਲੀ ਘੋੜੇ ਮਰਨ ਦਾ ਕਾਰਨ ਇਹ ਹੈ ਬਈ ਤੂੰ ਮੇਰੇ ਕੋਲ ਦੀ ਬਿਨਾਂ ਮੱਥਾ ਟੇਕਿਆਂ ਲੰਘ ਗਿਆ ਸੀ। ਜੇ ਤੂੰ ਮੈਨੂੰ ਮੱਥਾ ਟੇਕ ਕੇ ਜਾਂਦਾ ਤੇ ਤੇਰੇ ਘੋੜੇ ਨੂੰ ਕੁਛ ਨਹੀਂ ਸੀ ਹੋਣਾ। ਤੂੰ ਆਪਣੀ ਚੌਧਰ ਦੀ ਹੈਂਕੜ ਵਿੱਚ ਨਿਕਲ ਗਿਆ,
ਤੂੰ ਮੈਨੂੰ ਮੱਥਾ ਨਹੀਂ ਟੇਕਿਆ, ਕੋਈ ਭੇਟਾ ਨਹੀਂ ਅਰਪਣ ਕੀਤੀ, ਇਸੇ ਲਈ ਤੇਰਾ ਘੋੜਾ ਮਰਿਆ। ਚਲੋ ਚੌਧਰੀ ਹੈ ਤੇ ਬੰਦਾ ਬੜਾ ਕਲੇਵਰ ਸੀ, ਬੜਾ ਹੁਸ਼ਿਆਰ ਸੀ, ਸਮਝਦਾਰ ਸੀ। ਉਹ ਕਹਿਣ ਲੱਗਾ, ਅੱਛਾ ਫਿਰ ਤੇ ਤੁਹਾਡੀ ਮਿਹਰਬਾਨੀ ਹੀ ਹੋਈ ਹੈ ਨਾ? ਉਹ ਕਹਿੰਦਾ, ਹਾਂ ਮੈਂ ਤੇਰਾ ਘੋੜਾ ਮਾਰਿਆ। ਫਿਰ ਉਹ ਕਹਿਣ ਲੱਗਾ, ਚੰਗਾ ਮਹਾਰਾਜ, ਹੁਣ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਵੀ ਤੁਸੀਂ ਹੁਣ ਜੇ ਮੇਰਾ ਘੋੜਾ ਮਾਰਿਆ ਤੇ ਤੁਸੀਂ ਉਹਨੂੰ ਜਿੰਦਾ ਵੀ ਕਰ ਸਕਦੇ ਹੋ? ਉਹ ਕਹਿੰਦਾ, ਹਾਂ ਇਹ ਤੇ ਮੇਰੇ ਵਿੱਚ ਸ਼ਕਤੀ ਹੈ, ਮੈਂ ਕਰ ਸਕਦਾ ਹਾਂ। ਉਹ ਕਹਿੰਦਾ, ਫਿਰ ਇਉਂ ਕਰੋ ਬਈ ਤੁਸੀਂ ਮੇਰੇ ਘੋੜੇ ਨੂੰ ਜਿਉਂਦਾ ਵੀ ਕਰੋ। ਉਹ ਕਹਿੰਦਾ, ਲੈ ਹੁਣੇ ਕਰ ਦੇਣਾ। ਤੇ ਘੋੜੇ ਕੋਲੇ ਜਾ ਕੇ ਉਹਨੇ ਕੋਈ ਆਪਦੀ ਕਲਾਮ ਪੜ੍ਹੀ, ਕੋਈ ਮੰਤਰ ਪੜ੍ਹਿਆ ਤੇ ਘੋੜਾ ਜਿਉਂਦਾ ਹੋ ਗਿਆ। ਔਰ ਉਹ ਚੌਧਰੀ ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਮਹਾਰਾਜ ਇਹ ਤੁਹਾਨੂੰ ਸ਼ਕਤੀ ਕਿਵੇਂ ਮਿਲੀ ਹੈ? ਉਹ ਸਾਧੂ ਕਹਿਣ ਲੱਗਾ, ਇਹ ਸ਼ਕਤੀ ਐਵੇਂ ਨਹੀਂ ਮਿਲੀ। 40 ਦਿਨ ਮੈਂ ਚਲੀਸਾ ਕੱਢਿਆ, ਭੁੱਖਾ ਪਿਆਸਾ ਰਿਹਾ ਹਾਂ, ਕੋਈ ਚੰਗਾ ਭੋਜਨ ਨਹੀਂ ਛਕਿਆ, ਮਲ ਮੂਤਰ ਖਾਂਦਾ ਰਿਹਾ ਹਾਂ, ਤਾਂ ਇਹ ਮੈਨੂੰ ਸ਼ਕਤੀ ਮਿਲੀ ਹੈ। ਇਹ ਗੱਲ ਸੁਣ ਕੇ ਉਹ ਸਦਾਚਾਰੀ ਸੀ ਚੌਧਰੀ, ਉਹਨੂੰ ਬੜੀ ਨਫ਼ਰਤ ਆਈ ਵੀ ਇਹ ਸਾਧੂ ਕੀ ਕਹਿ ਰਿਹਾ ਹੈ? ਇਹ ਤੇ ਘਟੀਆ ਤੋਂ ਘਟੀਆ ਕਮੀਨਾ ਬੰਦਾ ਵੀ ਮਲ ਮੂਤਰ ਨਹੀਂ ਭਖਣ ਕਰਦਾ, ਇਹ ਕੀ ਕਰ ਰਿਹਾ? ਖੈਰ ਉਸਨੇ ਆਪਣਾ ਮਤਲਬ ਕੱਢਿਆ। ਫਿਰ ਉਹਨੂੰ ਪੁੱਛਣ ਲੱਗਾ, ਜੀ ਤੁਸੀਂ ਇਹ ਦੱਸੋ ਤੁਹਾਡੀ ਸ਼ਕਤੀ ਕਿੱਥੋਂ ਤੱਕ ਕੰਮ ਕਰਦੀ ਹੈ? ਕਹਿੰਦਾ, ਆਹ ਜਿਹੜੀ ਚਿੜੀ ਹੈ ਇਹਦੇ ਆਲੇ ਦੁਆਲੇ ਕੋਈ ਤਕਰੀਬਨ 100 ਗਜ ਦੀ ਦੂਰੀ ਤੇ ਮੈਂ ਜੋ ਕਹਿ ਦੇਵਾਂ ਉਹੀ ਪੂਰਾ ਹੋ ਜਾਂਦਾ ਹੈ। ਰਿੱਧੀਆਂ ਸਿੱਧੀਆਂ ਵਾਲੇ ਲੋਕਾਂ 'ਚ ਆ ਜਾਂਦੀ ਹੈ ਗੱਲ। ਉਹ ਕਹਿੰਦਾ, ਅੱਛਾ ਇਹ ਗੱਲ ਹੈ? ਕਹਿੰਦਾ, ਚਲੋ ਠੀਕ ਹੈ। ਕਹਿੰਦੇ, ਇਸ ਤੋਂ ਗਾਂਹ, ਕਹਿੰਦਾ ਇਹ ਤੋਂ ਗਾਂਹ, ਕਹਿੰਦਾ ਫਿਰ ਮੇਰੀ ਸ਼ਕਤੀ ਖਤਮ ਹੋ ਜਾਂਦੀ, ਅੱਗੇ ਨਹੀਂ ਮੈਂ ਕੁਝ ਵੀ ਕਰ ਸਕਦਾ। ਚਲੋ ਸਾਰੀ ਗੱਲ ਦਾ ਇਹਨੇ ਭੇਤ ਲੈ ਲਿਆ। ਉਸ ਤੋਂ ਬਾਅਦ ਘੋੜੇ ਤੇ ਸਵਾਰ ਹੋਇਆ ਤੇ ਅੱਡੀ ਲਾਈ। ਉਹ ਸਾਧੂ ਵੀ ਕੋਲੇ ਖੜਾ ਵੇਖੀ ਜਾ ਰਿਹਾ ਸੀ ਵੀ ਹੁਣ ਤੇ ਚੌਧਰੀ ਮੇਰਾ ਸੇਵਕ ਬਣ ਗਿਆ, ਹੁਣ ਤੇ ਅੱਗੇ ਲਈ ਵੀ ਮੇਰੇ ਕੋਲ ਜ਼ਰੂਰ ਆਇਆ ਕਰੇਗਾ। ਪਰ ਉਹਨੂੰ ਅੰਦਰੋਂ ਨਫ਼ਰਤ ਹੋ ਚੁੱਕੀ ਸੀ। ਉਹ ਘੋੜੇ ਤੇ ਚੜ੍ਹ ਕੇ ਜਦੋਂ ਥੋੜੀ ਜਿਹੀ ਦੂਰ ਚਲਿਆ ਗਿਆ, ਉੱਥੇ ਖਲੋ ਕੇ ਕਹਿਣ ਲੱਗਾ, ਮਹਾਤਮਾ ਜੀ ਮੈਨੂੰ ਇਹ ਦੱਸੋ ਵੀ ਇੱਥੇ ਤੁਹਾਡੀ ਸ਼ਕਤੀ ਕੰਮ ਕਰਦੀ ਹੈ ਕਿ ਨਹੀਂ ਕਰਦੀ? ਕਹਿੰਦਾ, ਨਹੀਂ, ਤੂੰ ਹੁਣ ਮੇਰੇ ਘੇਰੇ ਤੋਂ ਹੱਥੋਂ ਦੂਰ ਚਲਿਆ ਗਿਆ, ਹੁਣ ਇੱਥੇ ਮੇਰੀ ਸ਼ਕਤੀ ਨਹੀਂ ਕੰਮ ਕਰਦੀ। ਤੇ ਉੱਥੇ ਖਲੋ ਕੇ ਉਸ ਚੌਧਰੀ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਹਿਣ ਲੱਗਾ, ਓਏ ਘੋਰੀਆ। ਫਿਰ ਸਿੱਧਾ ਹੀ ਉਹਨੇ ਆਖਿਆ, ਕਹਿੰਦਾ, ਓਏ ਘੋਰੀਆ, ਘੋੜਾ ਜੇ ਜਿਉਂਦਾ ਸੀ ਤਾਂ ਵੀ ਮੇਰਾ, ਜੇ ਮਰ ਗਿਆ ਤਾਂ ਵੀ ਮੇਰਾ। ਤੈਨੂੰ ਦੱਸ ਇਹਦੇ ਵਿੱਚੋਂ ਕੀ ਮਿਲਿਆ? ਤੇਰੇ ਮੂੰਹ ਵਿੱਚ ਤਾਂ ਮਲ ਮੂਤਰ ਹੀ ਰਿਹਾ ਨਾ, ਤੈਨੂੰ ਤੇ ਕੁਛ ਨਾ ਮਿਲਿਆ। ਹੁਣ ਉਹਦੀ ਸ਼ਕਤੀ ਉੱਥੇ ਕੰਮ ਨਹੀਂ ਸੀ ਕਰ ਸਕਦੀ। ਬੜਾ ਤਿਲ ਮਿਲਾਇਆ, ਬੜਾ ਔਖਾ ਹੋਇਆ, ਬੜੇ ਵਾਰ ਸ਼ਰਾਪ ਦੇਈ ਜਾਵੇ ਪਰ ਹੁਣ ਉੱਥੇ ਪਹੁੰਚ ਨਹੀਂ ਸੀ ਸਕਦੇ। ਆਖਿਰ ਉਸਨੇ ਘੋੜੇ ਤੇ ਅੱਡੀ ਲਾਈ, ਉਹ ਚੱਲਦਾ ਬਣਿਆ। ਉਹ ਸਾਧੂ ਹੱਥ ਮਲਦਾ ਹੀ ਰਹਿ ਗਿਆ। ਹਜ਼ੂਰ ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਨੇ, ਰਿੱਧੀਆਂ ਸਿੱਧੀਆਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਿੱਖ ਧਰਮ ਦੇ ਅੰਦਰ। ਇਹ ਤੇ ਹਰ ਨਾਮ ਜਪਣ ਵਾਲੇ ਕੋਲੇ ਸੁਤੇ ਸਿੱਧ ਹੀ ਆ ਜਾਂਦੀਆਂ ਨੇ, ਪਰ ਇਹਨਾਂ ਦਾ ਪ੍ਰਯੋਗ ਕਰਨਾ ਰੱਬ ਤੋਂ ਦੂਰ ਲਿਜਾਣ ਵਾਲੀ ਗੱਲ ਹੁੰਦੀ ਹੈ। ਇਸ ਲਈ ਜਿਹੜੇ ਸਿੱਖ ਸੰਤ ਨੇ, ਸਿੱਖ ਮਹਾਂਪੁਰਖ ਨੇ, ਜੇ ਕੋਈ ਖਾਸ ਪ੍ਰੇਮੀ ਆਵੇ, ਭਾਵੇਂ ਉਸ ਦੀ ਕੋਈ ਮਨ ਦੀ ਇੱਛਾ ਪੂਰੀ ਕਰ ਦੇਣ, ਪਰ ਉਹ ਆਪਣੀ ਪੂਜਾ ਪ੍ਰਤਿਸ਼ਠਾ ਲਈ ਇਹਨਾਂ ਦਾ ਪ੍ਰਯੋਗ ਨਹੀਂ ਕਦੀ ਵੀ ਕਰਨਗੇ। ਇਹ ਇੱਕ ਉਹਨਾਂ ਦਾ ਵੱਖਰਾ ਸਿਧਾਂਤ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਰਿੱਧ ਸਦ ਅਵਰਾ ਸਾਧ। ਇਹ ਯੋਗੀਓ, ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਸਵਾਦ ਤੇ ਹੋਰਾਂ ਨੂੰ ਹੀ ਹੈ, ਆਪਣੇ ਆਪ ਨੂੰ ਕੋਈ ਇਸ ਦਾ ਸਵਾਦ ਨਹੀਂ, ਕੋਈ ਇਸ ਦਾ ਲਾਭ ਨਹੀਂ। ਇਹ ਤੇ ਦੂਜੇ ਹੀ ਕੁਛ ਨਾ ਕੁਛ, ਕੋਈ ਵਰ ਲੈ ਗਿਆ, ਕੋਈ ਸ਼ਰਾਪ ਲੈ ਗਿਆ, ਲੋਕੀ ਕੰਮ ਹੀ ਕਰਾਉਂਦੇ ਨੇ। ਇਹਦੇ ਵਿੱਚ ਆਪ ਨੂੰ ਤੇ ਕੁਛ ਨਹੀਂ, ਸਗੋਂ ਇਹ ਤੇ ਖੜੀ ਫਸਲ ਉਜਾੜਨ ਵਾਲੀ ਗੱਲ ਹੁੰਦੀ ਹੈ। ਹੁਣ ਜੇ ਕੋਈ ਆਦਮੀ ਭਗਤੀ ਕਰੇ ਤੇ ਭਗਤੀ ਕਰਕੇ ਉਹਨੂੰ ਸ਼ਕਤੀ ਮਿਲ ਜਾਵੇ, ਉਹਦਾ ਪ੍ਰਯੋਗ ਗਲਤ ਕਰਨਾ ਸ਼ੁਰੂ ਕਰ ਦੇਵੇ ਤੇ ਫਿਰ ਆਪਦੀ ਬਰਬਾਦੀ ਕਰ ਰਿਹਾ ਹੈ, ਆਪਦੇ ਪੈਰਾਂ ਤੇ ਕੁਹਾੜਾ ਮਾਰ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਸਾਨੂੰ ਤੁਹਾਡੀਆਂ ਰਿੱਧੀਆਂ ਸਿੱਧੀਆਂ ਦੀ ਵੀ ਕੋਈ ਲੋੜ ਨਹੀਂ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਇਹ ਕਹਿੰਦੇ ਫਿਰ ਤੁਸੀਂ ਦੋ ਆਪਣੇ ਪਾਸ ਸੇਵਾਦਾਰ ਰੱਖੋਗੇ, ਇੱਕ ਕੁਠਾਰੀ ਹੋਵੇਗਾ, ਦੂਸਰਾ ਭੰਡਾਰੀ ਹੋਵੇਗਾ। ਇੱਕ ਸਾਜੋ ਸਾਮਾਨ ਲੈ ਕੇ ਆਵੇਗਾ ਤੇ ਦੂਸਰਾ ਅੱਗੇ ਵਰਤਾਵੇਗਾ। ਤੁਸੀਂ ਉਹਨਾਂ ਤੇ ਹੁਕਮ ਕਰੋਗੇ, ਉਹ ਤੁਹਾਡੇ ਤਾਬਿਆਦਾਰ ਹੋਣਗੇ। ਹਜ਼ੂਰ ਕਹਿੰਦੇ ਨੇ ਵੀ ਅਸਲੀ ਤੇ ਅਕਾਲ ਪੁਰਖ ਹੀ ਸਾਰਿਆਂ ਦਾ ਮਾਲਕ ਹੈ। ਜਿਹੜੇ ਉਸਨੇ ਸੰਜੋਗ ਤੇ ਵਿਜੋਗ ਬਣਾਏ ਨੇ, ਦੋਏ ਕਾਰ ਚਲਾਵੇ। ਇਹ ਦੋਵੇਂ ਕਾਰ ਦਾ ਅਰਥ ਹੈ ਦੁਨੀਆ ਦੀ ਸਾਰੀ ਕਿਰਤ ਚਲਾ ਰਹੇ ਨੇ।
ਸੰਜੋਗ ਤੋਂ ਮੁਰਾਦ ਉਹ ਕਰਮ, ਉਹ ਭਾਗ ਜਿਹਦੇ ਨਾਲ ਸਾਨੂੰ ਕੋਈ ਵਸਤੂ, ਕੋਈ ਪਦਾਰਥ ਮਿਲਦਾ। ਤੇ ਵਿਜੋਗ ਉਸ ਚੀਜ਼ ਦਾ ਨਾਮ ਹੈ ਜਦੋਂ ਸਾਡੇ ਪੁੰਨ ਖਤਮ ਹੋ ਜਾਂਦੇ ਨੇ ਜਾਂ ਸਾਡੀ ਔਧ ਪੂਰੀ ਹੋ ਜਾਂਦੀ ਹੈ, ਫਿਰ ਉਹ ਚੀਜ਼ ਸਾਡੇ ਹੱਥੋਂ ਨਿਕਲ ਜਾਂਦੀ ਹੈ, ਵਿਛੜ ਜਾਂਦੀ, ਉਹਨੂੰ ਵਿਜੋਗ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸੰਜੋਗ ਲਿਆ ਲਿਆ ਕੇ ਚੀਜ਼ਾਂ ਦੇਈ ਜਾਂਦਾ ਹੈ ਤੇ ਵਿਜੋਗ ਲੈ ਲੈ ਕੇ ਅੱਗੇ ਵਰਤਾਈ ਜਾਂਦਾ ਹੈ। ਇਸ ਤਰ੍ਹਾਂ ਸੰਜੋਗ ਤੇ ਵਿਜੋਗ ਜਿਹੜੇ ਦੋਵੇਂ ਨੇ, ਇਹ ਸਾਡੀ ਦੁਨੀਆ ਦੀ ਸਾਰੀ ਕਾਰ, ਇਹ ਕੰਮਕਾਰ ਕਿਰਤ ਚਲਾ ਰਹੇ ਹਨ। ਲੇਖੇ ਆਵਹਿ ਭਾਗ, ਤੇ ਜਿਤਨੇ ਜੀਵ ਨੇ ਉਹਨਾਂ ਨੂੰ ਆਪੋ ਆਪਣੇ ਭਾਗਾਂ ਦੇ ਮੁਤਾਬਕ ਸਭ ਨੂੰ ਸ਼ਾਂਦੇ ਪ੍ਰਾਪਤ ਹੁੰਦੇ ਨੇ। ਲੇਖੇ ਦਾ ਅਰਥ ਹੁੰਦਾ ਹੈ ਭਾਗ, ਵੀ ਆਪੋ ਆਪਣੇ ਭਾਗਾਂ ਦੇ ਅਨੁਸਾਰ। ਆਵਹਿ ਭਾਗ, ਭਾਗ ਦਾ ਅਰਥ ਹੈ ਸ਼ਾਂਦੇ। ਆਪੋ ਆਪਣੇ ਭਾਗਾਂ ਦੇ ਅਨੁਸਾਰ, ਆਪੋ ਆਪਣੇ ਕਰਮਾਂ ਦੇ ਅਨੁਸਾਰ ਸਾਰਿਆਂ ਨੂੰ ਸ਼ਾਂਦੇ ਪ੍ਰਾਪਤ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਕੋਈ ਚੰਗਾ ਕਰਮ ਅੱਗੇ ਆ ਜਾਂਦਾ, ਮਨੁੱਖ ਨੂੰ ਧਨ ਦੌਲਤ ਵੀ, ਦੁਨੀਆ ਦੀ ਵਡਿਆਈ ਵੀ, ਸੁੱਖ ਸਾਰੇ ਮਿਲ ਜਾਂਦੇ ਨੇ। ਜਦੋਂ ਪਾਪ ਅੱਗੇ ਆ ਜਾਂਦੇ ਨੇ ਤੇ ਫਿਰ ਸਾਰਾ ਕੁਝ ਹੱਥੋਂ ਨਿਕਲ ਜਾਂਦਾ। ਸੰਜੋਗ ਤੇ ਵਿਜੋਗ ਇਹ ਦੋਵੇਂ ਸਾਰੀ ਕਾਰ ਚਲਾ ਰਹੇ ਨੇ ਸੰਸਾਰ ਦੀ, ਤੇ ਸਾਰੇ ਜੀਵਾਂ ਨੂੰ ਆਪੋ ਆਪਣੇ ਭਾਗਾਂ ਦੇ ਅਨੁਸਾਰ, ਲੇਖੇ ਦੇ ਅਨੁਸਾਰ ਸ਼ਾਂਤੀ ਪ੍ਰਾਪਤ ਹੋ ਰਹੇ ਹਨ। ਆਦੇਸ਼ ਤਿਸੈ ਆਦੇਸ਼, ਤੁਸੀਂ ਤੇ ਗੋਰਖ ਨੂੰ ਹੀ ਆਦੇਸ਼ ਪ੍ਰਣਾਮ ਕਹਿੰਦੇ ਹੋ, ਪਰ ਹਜ਼ੂਰ ਕਹਿੰਦੇ ਆਦੇਸ਼ ਸਾਡੀ ਤੇ ਆਦੇਸ਼ ਉਸ ਅਕਾਲ ਪੁਰਖ ਨੂੰ ਹੈ। ਔਰ ਮਨ ਕਰਕੇ ਵੀ, ਬਾਣੀ ਕਰਕੇ ਵੀ ਅਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰਦੇ ਹਾਂ, ਕਿਉਂਕਿ ਸਾਡਾ ਇਸ਼ਟੀ ਉਹ ਹੈ। ਅਸੀਂ ਉਸ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ, ਤੇ ਸਾਡਾ ਸੀਸ ਸਿਰਫ ਉਸ ਅਕਾਲ ਪੁਰਖ ਦੇ ਚਰਨਾਂ ਤੇ ਹੀ ਝੁਕਦਾ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਆਦ ਸਾਰਿਆਂ ਦਾ ਕਾਰਨ ਰੂਪ ਹੈ, ਤੇ ਅਨੀਲ ਉਹ ਨੀਲ ਆਦਿਕ ਸੰਖਿਆ ਤੋਂ ਰਹਿਤ ਹੈ। ਜਿਵੇਂ ਸੰਖ ਸ਼ਬਦ ਗਿਣਤੀ ਦਾ ਸੂਚਕ ਹੈ, ਤੇ ਨੀਲ ਇਹ ਵੀ ਇੱਕ ਸੰਖਿਆਵਾਚਕ ਸ਼ਬਦ ਹੈ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਅਨੀਲ ਸੰਖਿਆ ਤੋਂ ਰਹਿਤ ਹੈ, ਤੇ ਅਨਾਦ ਜਿਸ ਦੀ ਕੋਈ ਉਤਪਤੀ ਨਹੀਂ ਦੱਸ ਸਕਦਾ। ਵਾਹਿਗੁਰੂ ਕਦੋਂ ਹੋਇਆ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ, ਤੇ ਅਨਾਹਤ ਉਹ ਕਦੀ ਨਾਸ ਵੀ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵੇਸ ਧਾਰਨ ਕਰਕੇ ਰਹਿੰਦਾ ਹੈ। ਯੁੱਗ ਬਦਲ ਜਾਂਦੇ ਨੇ ਤੇ ਵਾਹਿਗੁਰੂ ਉਹੀ ਰਹਿੰਦਾ ਹੈ। ਜਿਵੇਂ ਰੁੱਤਾਂ ਬਦਲਦੀਆਂ ਨੇ, ਸੂਰਜ ਇੱਕ ਹੀ ਰਹਿੰਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਾਰੇ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਰੂਪ ਧਾਰਨ ਕਰਕੇ ਵਿਚਰ ਰਿਹਾ ਹੈ। ਇਸ ਲਈ ਸਾਨੂੰ ਉਹਦੇ ਲੜ ਲੱਗਣਾ ਚਾਹੀਦਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਇਹਨਾਂ ਸਿੱਧਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ, ਬਈ ਅਸੀਂ ਸ਼ਿਵ ਜੀ ਨੂੰ ਆਪਣਾ ਇਸ਼ਟ ਮੰਨਦੇ ਹਾਂ, ਤੇ ਜਿਹੜੀ ਉਹਦੀ ਸ਼ਕਤੀ ਹੈ ਪਾਰਬਤੀ ਮਾਈ, ਤੇ ਅਸੀਂ ਉਹਨੂੰ ਆਪਣੀ ਮਾਂ ਸਮਝਦੇ ਹਾਂ। ਜਿਹੜੇ ਯੋਗੀ ਨੇ ਇਹ ਸ਼ਿਵ ਜੀ ਦੇ ਭਗਤ ਹੁੰਦੇ ਨੇ, ਤੇ ਪਾਰਬਤੀ ਨੂੰ ਆਪਣੀ ਮਾਂ ਕਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਇਹ ਵੀ ਤੁਹਾਡਾ ਭੁਲੇਖਾ ਹੀ ਹੈ। ਅਸਲੀ ਤੇ ਅਕਾਲ ਪੁਰਖ ਹੀ ਸਾਰਿਆਂ ਦਾ ਇਸ਼ਟ ਹੈ, ਤੇ ਜਿਹੜੀ ਉਸ ਦੀ ਮਾਇਆ ਰੂਪ ਸ਼ਕਤੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਦੂਸਰੇ ਸ਼ਬਦਾਂ ਦੇ ਵਿੱਚ ਜਿਹੜੀ ਕੁਦਰਤ ਹੈ ਉਹ ਸਾਰਿਆਂ ਦੀ ਮਾਂ ਹੈ, ਜਿਸ ਨੇ ਸਾਰਿਆਂ ਨੂੰ ਜਨਮ ਦਿੱਤਾ ਹੈ। ਹਜ਼ੂਰ ਉਹਨਾਂ ਸਿੱਧਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਬਾਕੀ ਜਿਹੜੇ ਹੋਰ ਦੇਵੀ ਦੇਵਤੇ ਨੇ ਉਹ ਤੇ ਸਾਰੇ ਮਾਇਆ ਦੇ ਪੁੱਤਰ ਨੇ, ਔਰ ਉਹ ਸਾਡੇ ਇਸ਼ਟ ਨਹੀਂ ਬਣ ਸਕਦੇ। ਉਹ ਪਿਤਾ ਦਾ ਸਥਾਨ ਨਹੀਂ ਲੈ ਸਕਦਾ। ਪੁੱਤਰ ਹੀ ਰਹਿੰਦੇ। ਹਜ਼ੂਰ ਕਹਿੰਦੇ ਨੇ ਏਕਾ ਮਾਈ, ਇੱਕ ਮਾਈ ਦਾ ਅਰਥ ਮਾਇਆ ਹੈ, ਵਾਹਿਗੁਰੂ ਦੀ ਸ਼ਕਤੀ। ਜੁਗਤ ਵਿਆਈ, ਔਰ ਉਸ ਨੇ ਜੁਗਤੀ ਨਾਲ, ਵਿਆਈ ਦਾ ਅਰਥ ਹੈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਇਹ ਜਿਹੜੀ ਮਾਇਆ ਰੂਪ ਸ਼ਕਤੀ ਹੈ, ਇਸ ਨੇ ਵਾਹਿਗੁਰੂ ਦੇ ਨਾਲ ਸੰਬੰਧ ਕਰਕੇ, ਵਿਆਈ ਦਾ ਅਰਥ ਹੈ ਉਹਨੇ ਸੰਸਾਰ ਨੂੰ ਜਨਮ ਦਿੱਤਾ ਹੈ। ਵਿਆਈ ਦਾ ਅਰਥ ਹੋਣਾ ਗਰਭਵਤੀ ਹੋਣਾ, ਪ੍ਰਸੂਤਾ ਭਾਵ ਨੂੰ ਗ੍ਰਹਿਣ ਕਰਨਾ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਇੱਕ ਮਾਇਆ ਰੂਪ ਸ਼ਕਤੀ ਹੈ, ਇਸ ਨੇ ਵਾਹਿਗੁਰੂ ਦੇ ਨਾਲ, ਜੁਗਤ ਦਾ ਅਰਥ ਹੈ ਸੰਬੰਧ ਜੋੜ ਕੇ, ਤੇ ਭਾਵ ਕੱਲੀ ਮਾਇਆ ਵੀ ਕੁਛ ਨਹੀਂ ਕਰ ਸਕਦੀ। ਵਾਹਿਗੁਰੂ ਦੀ ਚੇਤਨ ਸੱਤਾ ਲੈ ਕੇ, ਤੇ ਇਸ ਨੇ ਅੱਗੇ ਪਾਈ ਵਿਆਈ ਦਾ ਅਰਥ ਹੈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਗਰਭਵਤੀ ਹੋਈ, ਤਿੰਨ ਚੇਲੇ ਪਰਵਾਨ।
ਤੇ ਇਸ ਨੇ 3 ਜਿਹੜੇ ਇਸ ਦੇ ਪੁੱਤਰ ਸਨ, ਤੇ ਸਤਿਗੁਰੂ ਨੇ ਇੱਥੇ ਚੇਲੇ ਸ਼ਬਦ ਵਰਤੇ ਹੈ। ਚੇਲੇ ਸ਼ਬਦ ਵਰਤਣ ਤੋਂ ਮੁਰਾਦ ਇਹ ਹੈ, ਇਹ ਜਿਹੜੇ ਦੇਵਤੇ ਨੇ ਜਿਨ੍ਹਾਂ ਨੂੰ ਮਾਇਆ ਨੇ ਪੈਦਾ ਕੀਤਾ ਹੈ, ਇਹ ਮਾਇਆ ਦੇ ਹੀ ਭਗਤ ਨੇ, ਮਾਇਆ ਦੇ ਹੀ ਉਪਾਸ਼ਕ ਨੇ। ਇਸ ਲਈ ਇਹਨਾਂ ਨੂੰ ਮਾਇਆ ਦੇ ਚੇਲੇ ਕਹਿ ਦਿੱਤਾ, ਕਿਉਂਕਿ ਇਹ ਮਾਇਆ ਦੇ ਪੁੱਤਰ ਵੀ ਨੇ ਤੇ ਮਾਇਆ ਦੀ ਭਗਤੀ ਵੀ ਇਹੀ ਕਰਦੇ ਨੇ, ਮਾਇਆ ਦੇ ਇਹ ਉਪਾਸ਼ਕ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਇੱਕ ਮਾਇਆ ਰੂਪੀ ਸ਼ਕਤੀ ਹੈ, ਇਸ ਨੇ ਵਾਹਿਗੁਰੂ ਦੇ ਨਾਲ ਜੁੜ ਕੇ ਸ਼ਕਤੀ ਪ੍ਰਾਪਤ ਕੀਤੀ ਤੇ ਅੱਗੇ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਸਭ ਤੋਂ ਪਹਿਲਾਂ 3 ਚੇਲੇ ਪ੍ਰਵਾਨ, ਇਸ ਦੇ 3 ਪੁੱਤਰ ਹੋਏ, ਤੇ ਜਿਨ੍ਹਾਂ ਨੂੰ ਸਾਰੇ ਸੰਸਾਰ ਨੇ ਪ੍ਰਵਾਨ ਕੀਤਾ, ਸਾਰਿਆਂ ਨੇ ਸਵੀਕਾਰ ਕੀਤਾ। ਉਹ ਕਿਹੜੇ ਸਨ? ਲਓ ਉਹਦੇ ਬਾਰੇ ਹਜ਼ੂਰ ਅੱਗੇ ਸਪਸ਼ਟ ਕਰ ਰਹੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹਜ਼ੂਰ ਕਹਿੰਦੇ ਇੱਕ ਸੰਸਾਰੀ, ਜਿਹੜੀ ਸੱਸੇ ਦੀ ਟਿੱਪੀ ਹੈ ਨਾ, ਉਹ ਸੰਸਾਰੀ ਬੋਲਣਾ, ਸੰਸਾਰੀ ਨਹੀਂ, ਨੰਨਾ ਨਹੀਂ ਵਿੱਚ ਬੋਲਣਾ। ਇੱਕ ਸੰਸਾਰੀ, ਇੱਕ ਭੰਡਾਰੀ। ਹਜ਼ੂਰ ਕਹਿੰਦੇ ਨੇ ਇੱਕ ਤੇ ਸੰਸਾਰੀ ਹੈ। ਸੰਸਾਰੀ ਕਹਿੰਦੇ ਨੇ ਸੰਸਾਰ ਨੂੰ ਪੈਦਾ ਕਰੇ, ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਮੰਨਿਆ। ਤੇ ਇੱਕ ਭੰਡਾਰੀ, ਉਹਨਾਂ ਵਿੱਚੋਂ ਇੱਕ ਭੰਡਾਰੀ ਹੈ, ਖੁਰਾਕ ਮੰਤਰੀ ਹੈ, ਜਿਹੜਾ ਸਾਰਿਆਂ ਨੂੰ ਭੰਡਾਰੇ ਵਰਤਾਉਂਦਾ ਹੈ, ਉਹ ਹੈ ਵਿਸ਼ਨੂੰ। ਇੱਕ ਲਾਏ ਦੀ ਬਾਣ, ਇੱਕ ਜਿਸ ਨੂੰ ਲਾਏ ਦਾ ਅਰਥ ਹੈ ਲੈ ਕਰਨ ਦੀ, ਲੈਤਾ ਕਰਨ ਦੀ ਹੀ ਬਾਣ ਹੈ, ਉਹ ਹੈ ਸ਼ਿਵ ਜੀ। ਸ਼ਿਵ ਜੀ ਮਾਰਦਾ ਸਾਰਿਆਂ ਨੂੰ, ਇਸ ਲਈ ਜਿਸ ਨੂੰ ਲੈ ਕਰਨ ਦੀ ਹੀ ਬਾਣ ਹੈ ਉਹ ਹੈ ਸ਼ਿਵ ਜੀ। ਇਹਦਾ ਮਤਲਬ ਇਹ ਹੋਇਆ ਸੰਸਾਰੀ ਬ੍ਰਹਮਾ, ਭੰਡਾਰੀ ਵਿਸ਼ਨੂੰ, ਤੇ ਇੱਕ ਜਿਸ ਨੂੰ ਲੈਤਾ ਕਰਨ ਦੀ ਬਾਣ ਹੈ ਸ਼ਿਵ ਜੀ। ਇਹ ਤਿੰਨੇ ਦੇਵਤੇ ਮਾਇਆ ਦੇ ਪੁੱਤਰ ਨੇ ਤੇ ਮਾਇਆ ਦੇ ਚੇਲੇ ਨੇ, ਔਰ ਇਹਨਾਂ ਨੂੰ ਮਾਇਆ ਤੋਂ ਅਗਾਂਹ ਪਰਮੇਸ਼ਰ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਕਿੰਨੀ ਬਹੁਤ ਵੱਡੀ ਗੱਲ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਦੇਵਤਿਆਂ ਨੂੰ ਰੱਬ ਭਗਵਾਨ ਮੰਨੀ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨਹੀਂ, ਇਹਨਾਂ ਨੂੰ ਤੇ ਭਗਵਾਨ ਬਾਰੇ ਪਤਾ ਹੀ ਨਹੀਂ ਲੱਗਿਆ। ਕਲਗੀਧਰ ਪਾਤਸ਼ਾਹ ਨੇ ਵੀ ਇਹਨਾਂ ਬਚਨਾਂ ਦਾ ਖੁਲਾਸਾ ਕੀਤਾ ਹੈ। ਮਹਾਦੇਵ ਅਚੁਤ ਕਹਿਵਾਇਓ, ਬਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਣਾ। ਸਪਸ਼ਟ ਹੈ ਵੀ ਇਹਨਾਂ ਨੂੰ ਵਾਹਿਗੁਰੂ ਬਾਰੇ ਕੋਈ ਗਿਆਨ ਨਹੀਂ। ਮਾਇਆ ਦੇ ਪੁੱਤ ਨੇ ਤੇ ਮਾਇਆ ਦੇ ਚੇਲੇ ਨੇ, 3 ਚੇਲੇ ਪ੍ਰਵਾਨ। ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਬਾਰੇ ਇਹਨਾਂ ਨੂੰ ਕੋਈ ਸੋਝੀ ਨਹੀਂ ਹੈ। ਅਥਵਾ ਇੱਕ ਲਾਏ ਦੀ ਬਾਣ, ਜਿਹੜਾ ਸੰਪਰਦਾਈ ਜਿਹੜਾ ਮੁੱਖ ਪਾਠ ਹੈ, ਲਾਏ ਦੀ ਵੱਖਰਾ ਕਰਕੇ ਉਚਾਰਨ ਕੀਤਾ ਜਾਂਦਾ ਹੈ, ਜਿਸ ਨੂੰ ਲੈ ਕਰਨ ਦੀ ਬਾਣ ਆਦਤ ਹੈ। ਇਹ ਅਰਥ ਮਹਾਂਪੁਰਖ ਕਰਦੇ ਆ ਰਹੇ ਨੇ। ਅੱਜ ਕੱਲ੍ਹ ਦੇ ਨਵੇਂ ਵਿਦਵਾਨ ਉਹ ਦੀਵਾਨ ਇਕੱਠਾ ਪਾਠ ਕਰਦੇ ਨੇ। ਇੱਕ ਲਾਏ ਦੀਵਾਨ ਕਹਿੰਦੇ, ਇੱਕ ਜਿਹੜਾ ਦੀਵਾਨ ਲਾਉਂਦਾ, ਵੀ ਦੀਵਾਨ ਤਾਂ ਸਾਰੇ ਹੀ ਲਾਉਂਦੇ ਹੈ, ਪਰ ਅਰਥ ਦੂਸਰੇ ਪਾਠ ਨਾਲ ਹੀ ਸਪਸ਼ਟ ਹੁੰਦਾ ਵੀ ਜਿਹੜਾ ਦੀਵਾਨ ਲਾਉਂਦਾ ਕਹਿੰਦੇ ਉਹ ਸ਼ਿਵ ਜੀ ਹੈ। ਸੋ ਰਹੋ ਵਿਚਾਰ। ਹਜ਼ੂਰ ਕਹਿੰਦੇ ਇਹ ਜਿਹੜੇ ਤਿੰਨੇ ਦੇਵਤੇ ਨੇ ਮਾਇਆ ਦੇ ਪੁੱਤਰ ਨੇ ਤੇ ਮਾਇਆ ਦੇ ਹੀ ਇਹ ਚੇਲੇ ਨੇ, ਮਾਇਆ ਦੇ ਹੀ ਭਗਤ ਹਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਲੋ ਹਜ਼ੂਰ ਕਹਿੰਦੇ ਨੇ ਜਿਵ ਤਿਸ ਭਾਵੈ, ਇਹਨਾਂ ਦੀ ਤਾਂ ਹੁਣ ਮਾਇਆ ਹੀ ਇਹਨਾਂ ਦੀ ਤੇ ਮਾਂ ਹੈ ਨਾ, ਮਾਇਆ ਹੀ ਇਹਨਾਂ ਦਾ ਗੁਰੂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਉਂ ਤਿਸ ਭਾਵੈ, ਜਿਵੇਂ ਉਸ ਮਾਇਆ ਨੂੰ ਭਾਉਂਦਾ ਹੈ। ਜਿਵ ਹੋਵੈ ਫਰਮਾਨ, ਜਿਵੇਂ ਮਾਇਆ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਤੇ ਫਿਰ ਮਾਇਆ ਨੂੰ ਜਿਵੇਂ ਭਾਉਂਦਾ ਹੈ ਤਿਵੇਂ ਚਲਾਵੇ, ਇਹਨਾਂ ਨੂੰ ਉਵੇਂ ਚਲਾਉਂਦੀ ਹੈ। ਕਿਉਂਕਿ ਜਦੋਂ ਮਾਇਆ ਹੀ ਇਹਨਾਂ ਦਾ ਗੁਰੂ ਹੈ, ਮਾਇਆ ਹੀ ਇਹਨਾਂ ਦਾ ਸਭ ਕੁਝ ਹੈ, ਤੇ ਫਿਰ ਇਹਨਾਂ ਨੇ ਮਾਇਆ ਦੇ ਆਖੇ ਲੱਗਣਾ ਹੈ ਨਾ। ਇਸੇ ਲਈ ਇਹ ਪੰਕਤੀ ਦਾ ਅਰਥ ਜਿਉਂ ਤਿਸ ਭਾਵੈ ਤਿਵੇਂ ਚਲਾਵੇ, ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੈ ਫਰਮਾਨ, ਵੀ ਜਿਵੇਂ ਉਸ ਮਾਇਆ ਨੂੰ ਪਾਉਂਦਾ ਹੈ ਉਵੇਂ ਇਹਨਾਂ ਨੂੰ ਚਲਾਉਂਦੀ ਹੈ। ਤੇ ਮਾਇਆ ਕਿਵੇਂ ਚੱਲਦੀ? ਜਿਵ ਹੋਵੈ ਫਰਮਾਨ, ਜਿਵੇਂ ਉਹਨੂੰ ਅਕਾਲ ਪੁਰਖ ਦਾ ਹੁਕਮ ਹੁੰਦਾ, ਮਾਇਆ ਉਵੇਂ ਚੱਲਦੀ ਹੈ। ਪਰ ਇਹਨਾਂ ਉੱਤੇ ਮਾਇਆ ਦਾ ਹੁਕਮ ਹੈ, ਕਿਉਂਕਿ ਇਹਨਾਂ ਨੂੰ ਵਾਹਿਗੁਰੂ ਦਾ ਗਿਆਨ ਨਹੀਂ। ਇਹ ਤੇ ਮਾਂ ਦੇ ਪਿੱਛੇ ਲੱਗਦੇ ਨੇ, ਪਿਤਾ ਦਾ ਇਹਨਾਂ ਨੂੰ ਕੋਈ ਗਿਆਨ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਤੁਸੀਂ ਵੀ ਜਿਹੜੇ ਜਿਨ੍ਹਾਂ ਨੇ ਹੁਣ ਤੱਕ ਆਪਣੇ ਪਿਤਾ ਨੂੰ ਹੀ ਨਹੀਂ ਪਹਿਚਾਣਿਆ ਤੇ ਤੁਸੀਂ ਉਹਨਾਂ ਨੂੰ ਰੱਬ ਮੰਨੀ ਬੈਠੇ ਹੋ, ਇਸ ਲਈ ਤੁਹਾਡੀ ਬਹੁਤ ਵੱਡੀ ਭੁੱਲ ਹੈ। ਉਹ ਵੇਖ
ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਡਾਣ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਪਸ਼ਟ ਕਰਦੇ ਨੇ, ਉਹ ਵੇਖੈ, ਉਹ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਵੇਖ ਰਿਹਾ ਹੈ, ਸਾਰੇ ਦੇਵਤਿਆਂ ਨੂੰ ਵੇਖ ਰਿਹਾ ਹੈ। ਉਹਨਾਂ ਨਜ਼ਰ ਨਾ ਆਵੇ, ਪਰ ਹਜ਼ੂਰ ਕਹਿੰਦੇ ਉਹਨਾਂ ਨੂੰ, ਉਹਨਾਂ ਸ਼ਬਦ ਇਹ ਪੜਨਾਵੀ ਸ਼ਬਦ ਹੈ, ਇਹ ਦੇਵਤਿਆਂ ਲਈ ਵਰਤਿਆ, ਉਹ ਅਕਾਲ ਪੁਰਖ ਲਈ ਹੈ ਤੇ ਉਹਨਾਂ ਸ਼ਬਦ ਦੇਵਤਿਆਂ ਲਈ ਹੈ। ਉਹ ਵੇਖਿਆ, ਉਹ ਪਰਮ ਪਿਤਾ ਅਕਾਲ ਪੁਰਖ ਤੇ ਇਹਨਾਂ ਨੂੰ ਵੇਖ ਰਿਹਾ ਹੈ। ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਦੇਵਤਿਆਂ ਨੂੰ ਉਹ ਨਿਗਾਹ ਵਿੱਚ ਨਹੀਂ ਆ ਰਿਹਾ, ਇਹ ਨਹੀਂ ਉਸ ਨੂੰ ਵੇਖ ਸਕਦੇ। ਬਹੁਤਾ ਇਹੋ ਵਡਾਣ, ਇਹੀ ਤੇ ਬਹੁਤ ਆਸ਼ਚਰਜ ਕੌਤਕ ਹੈ ਵੀ ਵਾਹਿਗੁਰੂ ਪਰਮੇਸ਼ਰ ਇਹਨਾਂ ਨੂੰ ਵੇਖ ਰਿਹਾ ਜੋ ਕਰਦੇ ਨੇ। ਉਹਦੀ ਦ੍ਰਿਸ਼ਟੀ ਤੋਂ ਬਾਹਰ ਨਹੀਂ ਕੁਛ ਵੀ ਹੋ ਰਿਹਾ, ਉਹਦੀ ਰਜ਼ਾ ਤੋਂ ਬਾਹਰ ਪਤਾ ਵੀ ਨਹੀਂ ਹਿਲ ਸਕਦਾ, ਪਰ ਇਹਨਾਂ ਨੂੰ ਹੁਣ ਤੱਕ ਨਜ਼ਰ ਨਹੀਂ ਆਇਆ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਦੇਵਤੇ ਵੀ ਮਾਇਆ ਦੇ ਵਿੱਚ ਹੀ ਘਿਰੇ ਹੋਏ ਨੇ। ਇਸੇ ਲਈ ਸਤਿਗੁਰੂ ਨੇ ਇੱਕ ਥਾਂ ਤੇ ਹੋਰ ਵੀ ਬਚਨ ਲਿਖੇ ਨੇ, ਸਰਪਣੀ ਤੇ ਉੱਪਰ ਨਹੀਂ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਮਾਇਆ ਜਿਹੜੀ ਹੈ ਸਪਣੀ ਹੈ, ਇਸ ਨੇ ਇਹਨਾਂ ਤਿੰਨਾਂ ਦੇਵਤਿਆਂ ਨੂੰ ਵੀ ਛਲਿਆ ਹੋਇਆ। ਇਹਦਾ ਮਤਲਬ ਮਾਇਆ ਦੇ ਛਲ ਵਿੱਚ ਇਹ ਵੀ ਆਏ ਹੋਏ ਨੇ। ਇਸੇ ਲਈ ਇਹਨਾਂ ਨੂੰ ਵਾਹਿਗੁਰੂ ਨਜ਼ਰ ਨਹੀਂ ਆ ਰਿਹਾ, ਉਹ ਇਹਨਾਂ ਨੂੰ ਵੇਖ ਰਿਹਾ ਹੈ। ਇਹ ਬੜਾ ਅਚਰਜ ਹੀ ਕੌਤਕ ਹੈ। ਆਦੇਸ ਤਿਸੈ ਆਦੇਸ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਸਿੱਧ ਲੋਕੋ, ਤੁਸੀਂ ਤੇ ਆਪਣੇ ਗੋਰਖ ਨੂੰ ਆਦੇਸ਼ ਆਦੇਸ਼ ਕਹਿੰਦੇ ਹੋ, ਉਹਨੂੰ ਆਪਣਾ ਗੁਰੂ ਮੰਨਦੇ ਹੋ। ਆਦੇਸ਼ ਤਿਸੈ ਆਦੇਸ਼, ਸਾਡਾ ਗੁਰੂ ਤੇ ਅਕਾਲ ਪੁਰਖ ਹੈ, ਅਸੀਂ ਤੇ ਉਹਦੇ ਚਰਨਾਂ ਤੇ ਆਦੇਸ਼ ਪ੍ਰਣਾਮ ਕਰਦੇ ਹਾਂ। ਉਸੇ ਅਕਾਲ ਪੁਰਖ ਦੇ ਚਰਨਾਂ ਤੇ ਅਸੀਂ ਨਮਸਕਾਰ ਕਰਦੇ ਹਾਂ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਆਦ, ਉਹ ਸਾਰਿਆਂ ਦਾ ਮੁੱਢ ਹੈ, ਸਾਰਿਆਂ ਦਾ ਕਾਰਨ ਹੈ। ਤੇ ਅਨੀਲ, ਨੀਲ ਆਦਿਕ ਸੰਖਿਆ ਤੋਂ ਵੀ ਉਹ ਰਹਿਤ ਹੈ, ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਉਹ ਆ ਸਕਦਾ। ਅਨਾਦ, ਜਿਸ ਦਾ ਕੋਈ ਆਦ ਉਤਪਤੀ ਨਹੀਂ ਦੱਸ ਸਕਦਾ, ਤੇ ਅਨਾਹਤ ਜਿਹੜਾ ਕਦੀ ਨਾਸ਼ ਵੀ ਨਹੀਂ ਹੁੰਦਾ। ਐਸਾ ਜੋ ਅਕਾਲ ਪੁਰਖ ਹੈ, ਅਸੀਂ ਉਹਨੂੰ ਨਮਸਕਾਰ ਕਰਦੇ ਹਾਂ। ਜੁਗ ਜੁਗ ਏਕੋ ਵੇਸ, ਤੇ ਜੁਗਾਂ ਜੁਗਾਂ ਵਿੱਚ ਉਹਦਾ ਇੱਕੋ ਹੀ ਵੇਸ ਸਰੂਪ ਹੁੰਦਾ ਹੈ। ਯੁੱਗ ਬਦਲਦੇ ਨੇ ਪਰ ਵਾਹਿਗੁਰੂ ਉਹੀ ਰਹਿੰਦਾ ਹੈ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ। ਆਸਣ ਲੋਏ ਲੋਏ ਭੰਡਾਰ। ਲਓ ਹੁਣ ਅੱਗੇ ਇਹਨਾਂ ਸਿੱਧਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦੇ ਮਹਾਰਾਜ, ਜੇ ਤੁਸੀਂ ਸਾਡੇ ਮਤ ਨੂੰ ਅਪਣਾ ਲਵੋ ਤੇ ਸਾਰੇ ਲੋਕਾਂ ਦੇ ਵਿੱਚ ਤੁਹਾਡੇ ਡੇਰੇ ਬਣ ਜਾਣਗੇ, ਆਸਣ ਬਣ ਜਾਣਗੇ, ਅਤੇ ਨਾਲ ਹੀ ਤੁਹਾਡੇ ਨਾਂ ਤੇ ਭੰਡਾਰੇ ਵੀ ਚੱਲਣਗੇ, ਤੇ ਲੋਕ ਤੁਹਾਡੀ ਜੈ ਜੈਕਾਰ ਕਰਨਗੇ। ਵੇਖ ਲਓ, ਜੇ ਤੁਹਾਨੂੰ ਸਾਡੀ ਇਹ ਗੱਲ ਪ੍ਰਵਾਨ ਹੈ ਤੇ ਤੁਸੀਂ ਵਿਚਾਰ ਕਰਕੇ ਦੇਖ ਲਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਚੌਥੀ ਪੌੜੀ, ਇਹ 31ਵੀਂ ਪੌੜੀ ਉਚਾਰਨ ਕੀਤੀ। ਹਜ਼ੂਰ ਕਹਿਣ ਲੱਗੇ, ਆਸਣ ਲੋਏ ਲੋਏ ਭੰਡਾਰ। ਕਹਿੰਦੇ ਵੀ ਆਸਣ ਲੋਏ ਲੋਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਭ ਦੁਨੀਆ ਦਾ ਮਾਲਕ ਹੈ, ਗੁਰੂਆਂ ਦਾ ਗੁਰੂ, ਸਭ ਦੇਵਤਿਆਂ ਦਾ ਪੂਜ ਵੀ ਉਹੀ ਹੈ, ਤੇ ਸਾਡਾ ਵੀ ਗੁਰੂ ਉਹੀ ਹੈ। ਆਸਣ ਲੋਏ ਲੋਏ, ਉਸ ਵਾਹਿਗੁਰੂ ਦਾ ਹਰ ਲੋਕ ਦੇ ਵਿੱਚ ਆਸਣ ਲੱਗਿਆ ਹੋਇਆ। ਕਿਤੇ ਵੀ ਚਲੇ ਜਾਓ, ਇਸ ਧਰਤੀ ਤੋਂ ਪਰੇ ਕਿਧਰੇ ਵੀ ਹੋਰ ਚਲੇ ਜਾਓ, ਸਭ ਥਾਵਾਂ ਤੇ ਵਾਹਿਗੁਰੂ ਸਥਿਤ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਵਾਹਿਗੁਰੂ ਸਾਰੇ ਥਾਂ ਤੇ ਹੀ ਸਥਿਰ ਹੈ। ਵਾਹਿਗੁਰੂ ਦਾ ਆਸਣ ਸਭ ਲੋਕਾਂ ਦੇ ਵਿੱਚ ਹੀ ਹੈ। ਉਹ ਤੇ ਸਾਡੇ ਅੰਦਰ ਵੀ ਬੈਠਾ ਹੈ, ਕੀੜੀ ਵਿੱਚ ਵੀ ਬੈਠਾ ਹੈ, ਹਾਥੀ ਵਿੱਚ ਵੀ ਬੈਠਾ ਹੈ, ਧਰਤੀ ਵਿੱਚ ਵੀ ਬੈਠਾ ਹੈ, ਸਮੁੰਦਰ ਵਿੱਚ ਵੀ ਬੈਠਾ ਹੈ, ਆਕਾਸ਼ ਵਿੱਚ ਵੀ ਬੈਠਾ ਹੈ, ਹਵਾ ਵਿੱਚ ਵੀ ਬੈਠਾ ਹੈ, ਸਭ ਥਾਵਾਂ ਤੇ ਬੈਠਾ ਹੈ। ਇਸ ਲਈ ਉਹਦਾ ਆਸਣ ਤਾਂ ਸਾਰੇ ਥਾਂ ਹੀ ਹੈ। ਹਜ਼ੂਰ ਕਹਿੰਦੇ ਆਸਣ ਲੋਏ ਲੋਏ, ਵੀ ਉਸ ਵਾਹਿਗੁਰੂ ਦਾ ਹਰ ਲੋਕ ਦੇ ਵਿੱਚ ਆਸਣ ਹੈ, ਤੇ ਹਰ ਲੋਕ ਦੇ ਵਿੱਚ ਹੀ ਭੰਡਾਰ, ਉਹਦੇ ਭੰਡਾਰੇ ਚੱਲ ਰਹੇ ਨੇ। ਆ ਜਿੰਨੇ ਭੰਡਾਰੇ ਚੱਲ ਰਹੇ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਚੱਲ ਰਹੇ ਨੇ। ਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਲੰਗਰ ਚੱਲ ਰਹੇ ਨੇ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਲੰਗਰ ਚੱਲ ਰਹੇ ਨੇ। ਆ ਜਿਹੜੇ ਸ਼ਬਦ ਦੇ ਲੰਗਰ ਭੰਡਾਰੇ ਚੱਲ ਰਹੇ ਨੇ, ਔਰ ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਆਸਰੇ ਚੱਲ ਰਹੇ ਨੇ। ਇਸ ਲਈ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਦਾ ਲੋਕਾਂ ਲੋਕਾਂ ਵਿੱਚ ਆਸਣ ਹੈ, ਉਹ ਸਭ ਥਾਵਾਂ ਤੇ ਬੈਠਾ ਹੈ, ਬਿਰਾਜਮਾਨ ਹੈ,
ਅਤੇ ਲੋਕਾਂ ਲੋਕਾਂ ਵਿੱਚ ਹੀ ਉਹਦੇ ਭੰਡਾਰੇ ਚੱਲ ਰਹੇ ਹਨ। ਜੋ ਕਿਛ ਪਾਇਆ ਸੋ ਏਕਾ ਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਕੁਛ ਵੀ ਪ੍ਰਾਪਤ ਹੋਇਆ ਹੈ ਉਹ ਇੱਕੋ ਵਾਰ ਹੀ ਹੋ ਗਿਆ। ਇਹਦਾ ਮਤਲਬ ਇਹ ਹੈ, ਜਿਹੜੇ ਵਾਹਿਗੁਰੂ ਨੇ ਭੰਡਾਰੇ ਬਣਾਏ ਨੇ ਨਾ, ਹੁਣ ਫਰਜ਼ ਕਰੋ ਆ ਇੱਕ ਧਰਤੀ ਹੈ, ਹਰ ਪਦਾਰਥ ਹਰ ਜੀਵ ਇਸ ਧਰਤੀ ਦੇ ਕੁੱਖ ਤੋਂ ਹੀ ਪੈਦਾ ਹੁੰਦਾ ਹੈ। ਕੀ ਸੋਨਾ, ਕੀ ਚਾਂਦੀ, ਕੀ ਹੀਰੇ, ਕੀ ਜਵਾਹਰਾਤ, ਸਾਰੇ ਇਹਦੇ ਵਿੱਚੋਂ ਪੈਦਾ ਹੁੰਦੇ ਨੇ। ਤੇ ਵਾਹਿਗੁਰੂ ਨੇ ਇੱਕੋ ਵਾਰ ਹੀ ਜੋ ਕੁਛ ਪਾਉਣਾ ਸੀ ਇਹਦੇ ਵਿੱਚ ਪਾ ਦਿੱਤਾ। ਤੁਸੀਂ ਕੱਢੀ ਜਾਓ, ਕੱਢਣ ਨੂੰ ਤੇ ਟਾਈਮ ਲੱਗਦਾ ਹੈ। ਕਈ ਚੀਜ਼ਾਂ ਹਾਲੇ ਵੀ ਅਗਿਆਤ ਨੇ ਜਿਨ੍ਹਾਂ ਦੇ ਬਾਰੇ ਮਨੁੱਖ ਨੂੰ ਪਤਾ ਨਹੀਂ ਲੱਗ ਰਿਹਾ। ਦੂਸਰੇ ਪਾਸੇ ਸਮੁੰਦਰ ਹੈ, ਸਮੁੰਦਰ ਦੇ ਵਿੱਚ ਵੀ ਬੜੀਆਂ ਕੀਮਤੀ ਵਸਤਾਂ ਪਾਈਆਂ ਹੋਈਆਂ ਨੇ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਵੀ ਕੁਛ ਵਾਹਿਗੁਰੂ ਨੇ ਪੈਦਾ ਕੀਤਾ ਇੱਕੋ ਵਾਰ ਹੀ ਉਸ ਦੇ ਵਿੱਚ ਪਾ ਦਿੱਤਾ। ਤੇ ਬਾਕੀ ਭਾਈ ਸਾਡੀ ਇਹ ਬੁੱਧੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਇਹਦੇ ਵਿੱਚ ਵੀ ਵਾਹਿਗੁਰੂ ਨੇ ਬੜੇ ਕੀਮਤੀ ਹੀਰੇ ਰਤਨ ਜਵਾਹਰਾਤ ਪੈਦਾ ਕੀਤੇ ਨੇ। ਭਾਵ ਸ਼ੁਭ ਗੁਣਾਂ ਤੋਂ ਹੈ। ਇਹ ਵੀ ਵਾਹਿਗੁਰੂ ਪਰਮੇਸ਼ਰ ਜੀ ਨੇ ਜੋ ਪਾਇਆ ਇੱਕੋ ਵਾਰ ਹੀ ਪਾ ਦਿੱਤਾ। ਤੇ ਸਭ ਤੋਂ ਵੱਡਾ ਖਜ਼ਾਨਾ ਭਾਈ ਸ਼ਬਦ ਗੁਰੂ ਦਾ ਹੈ ਸਾਡੇ ਕੋਲ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਖਾਵੈ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਹਜ਼ੂਰ ਕਹਿੰਦੇ ਇਹਦੇ ਵਿੱਚ ਵੀ ਜੋ ਕੁਛ ਪਾਉਣਾ ਇੱਕੋ ਵਾਰ ਹੀ ਪਾ ਦਿੱਤਾ। ਸਤਿਗੁਰੂ ਦੀ ਬਾਣੀ ਐਸਾ ਮੋਲਕ ਖਜ਼ਾਨਾ ਹੈ, ਸਭ ਕੁਝ ਉਹਦੇ ਵਿੱਚ ਸਤਿਗੁਰੂ ਨੇ ਭਰ ਦਿੱਤਾ ਹੈ। ਜਿਹਨੂੰ ਲੋੜ ਹੈ, ਜਦੋਂ ਲੋੜ ਹੈ, ਉਸੇ ਵੇਲੇ ਇਸ ਤੋਂ ਹਰ ਕੋਈ ਚੀਜ਼ ਲੈ ਸਕਦਾ ਹੈ। ਇਸੇ ਲਈ ਤਾਂ ਭਾਈ ਗੁਰਦਾਸ ਜੀ ਨੇ ਆਖਿਆ ਸੀ ਨਾ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਜੋ ਵੀ ਆਪਣੇ ਭੰਡਾਰਿਆਂ ਵਿੱਚ ਵਾਹਿਗੁਰੂ ਨੇ ਪਾਉਣਾ ਸੀ ਇੱਕੋ ਵਾਰ ਹੀ ਪਾ ਦਿੱਤਾ ਹੈ। ਕਰ ਕਰ ਵੇਖੈ ਸਿਰਜਣਹਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਸਿਰਜਣਹਾਰ ਹੈ, ਕਰਤਾ ਪੁਰਖ ਹੈ, ਪਰਮ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਉਹ ਆਪਣੇ ਸੰਸਾਰ ਨੂੰ ਕਰ ਕਰ ਪੈਦਾ ਕਰ ਕਰਕੇ ਵੇਖਿਆ ਦਾ ਅਰਥ ਵੇਖ ਰਿਹਾ ਹੈ। ਇਹਦਾ ਮਤਲਬ ਸਾਰਾ ਸੰਸਾਰ ਹੀ ਉਹਦਾ ਪਰਿਵਾਰ ਹੈ। ਉਹ ਆਪਣੇ ਸਾਜੇ ਹੋਏ ਸਾਰੇ ਸੰਸਾਰ ਨੂੰ, ਆਪਣੇ ਇਸ ਪਰਿਵਾਰ ਨੂੰ ਪੈਦਾ ਕਰ ਕਰਕੇ ਤੇ ਵੇਖਿਆ, ਫਿਰ ਇਸ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ। ਸਾਨੂੰ ਤੇ ਕੇਵਲ ਆਪਣੇ ਹੀ ਪਰਿਵਾਰ ਦਾ ਫਿਕਰ ਹੁੰਦਾ ਹੈ ਨਾ, ਆਪਣੇ ਬੱਚਿਆਂ ਦਾ ਫਿਕਰ ਹੁੰਦਾ ਹੈ। ਅਸੀਂ ਉਹਨਾਂ ਦੀ ਪਾਲਣਾ ਪੋਸ਼ਣਾ, ਲਿਖਾਈ ਪੜ੍ਹਾਈ, ਹੋਰ ਸਾਰੀ ਚੀਜ਼ ਦਾ ਖਿਆਲ ਰੱਖਦੇ ਹਾਂ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਪਰਿਵਾਰ ਸਾਰਾ ਹੀ ਸੰਸਾਰ ਹੈ। ਇਸੇ ਲਈ ਉਹ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਤੇ ਫਿਰ ਉਹ ਇਹਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਦ ਲੋਕੋ ਸੱਚੇ ਵਾਹਿਗੁਰੂ ਦੀ ਸੱਚੀ ਹੀ ਕਾਰ ਹੈ। ਭਾਵ ਜੋ ਵਾਹਿਗੁਰੂ ਕਰਦਾ ਹੈ ਔਰ ਉਹ ਅਟਲ ਹੈ। ਜੋ ਵਾਹਿਗੁਰੂ ਨੇ ਕਰਨਾ ਹੈ ਨਾ, ਜੋ ਕੁਝ ਪਿੱਛੇ ਕੀਤਾ ਹੈ ਜਾਂ ਹੁਣ ਕਰ ਰਿਹਾ ਹੈ ਜਾਂ ਅੱਗੇ ਲਈ ਉਹਨੇ ਕਰਨਾ ਹੈ, ਉਹ ਸੱਚੀ ਕਾਰ ਹੈ ਔਰ ਉਹ ਕਦੇ ਬਦਲੀ ਨਹੀਂ ਜਾ ਸਕਦੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਸਿਆਣਪ ਕਾਹੂ ਕਾਮ ਨ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਬਈ ਮਨੁੱਖ ਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਜੋ ਮੇਰੇ ਮਾਲਕ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹ ਹੋ ਕੇ ਰਹਿੰਦਾ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹੇ ਉਠ ਗੌਰ, ਨਾਨਕ ਫਾਸੀ ਗੱਲ ਭਰੀ। ਮਨੁੱਖ ਕੁਛ ਹੋਰ ਸੋਚਦਾ ਹੈ ਤੇ ਵਾਹਿਗੁਰੂ ਨੂੰ ਕੁਛ ਹੋਰ ਪਾਉਂਦਾ ਹੁੰਦਾ। ਮਨੁੱਖ ਚਾਹੁੰਦਾ ਹੈ ਕਿ ਮੈਂ ਆ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਕਿਸੇ ਕੋਲੋਂ ਖੋ ਵੀ ਲਵਾਂ। ਮਨੁੱਖ ਦੀ ਤਾਂ ਇਹ ਸੋਚ ਹੈ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਨੂੰ ਕੁਛ ਹੋਰ ਪਾਉਂਦਾ ਹੈ, ਨਾਨਕ ਫਾਸੀ ਗੱਲ ਭਰੀ। ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹਦੇ ਗਲ ਵਿੱਚ ਆ ਕੇ ਫਾਹੀ ਪੈ ਜਾਂਦੀ ਹੈ। ਉਹਦੇ ਪ੍ਰੋਗਰਾਮ ਧਰੇ ਧਰਾਏ ਰਹਿ ਜਾਂਦੇ ਨੇ, ਅਧੂਰੇ ਰਹਿ ਜਾਂਦੇ ਨੇ, ਅੱਧ ਵਾਟੇ ਰਹਿ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਮਨੁੱਖ ਦੀ ਕਾਰ ਤੇ ਝੂਠੀ ਹੈ, ਪਰ ਉਹ ਸੱਚੇ ਵਾਹਿਗੁਰੂ ਦੀ ਕਾਰ ਵੀ ਸੱਚੀ ਹੈ। ਜੋ ਕੁਝ ਉਹ ਕਰਦਾ ਹੈ ਉਹ ਸੱਚ ਹੀ ਹੁੰਦਾ ਹੈ
ਔਰ ਉਹ ਅਟਲ ਹੀ ਹੁੰਦਾ ਹੈ। ਆਦੇਸ ਤਿਸੈ ਆਦੇਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਧਾਂ ਨੂੰ ਕਹਿੰਦੇ ਨੇ, ਐ ਸਿੱਧ ਲੋਕੋ, ਸਾਡੇ ਤੇ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਆਦੇਸ਼ ਦਾ ਅਰਥ ਹੈ ਪ੍ਰਣਾਮ ਹੈ। ਉਸੇ ਨੂੰ ਸਾਡੀ ਆਦੇਸ਼ ਦੰਡੌਤ ਬੰਦਨਾ ਹੈ। ਆਦੇਸ਼ ਉਹ ਵਾਹਿਗੁਰੂ ਆਦਿ ਈਸ਼ਵਰ ਹੈ। ਕੁਝ ਪੌਰਾਣਿਕ ਮਤ ਵਾਲਿਆਂ ਨੇ ਵੀ ਈਸ਼ਵਰ ਮੰਨੇ ਨੇ ਔਰ ਉਹਨਾਂ ਦੀ ਗਿਣਤੀ 5 ਲਿਖੀ ਹੋਈ ਹੈ, ਜਿਹਦੇ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਸੂਰਜ ਅਤੇ ਸ਼ਕਤੀ ਨੂੰ ਇਹਨਾਂ ਨੇ ਈਸ਼ਵਰ ਮੰਨਿਆ ਹੋਇਆ। 5 ਈਸ਼ਵਰ ਪੌਰਾਣਿਕ ਮਤ ਵਾਲਿਆਂ ਦੇ ਮੰਨੇ ਹੋਏ ਨੇ। ਪਰ ਹਜ਼ੂਰ ਕਹਿੰਦੇ ਆਦੇਸ਼ ਉਹ ਵਾਹਿਗੁਰੂ ਆਦਿ ਈਸ਼ਵਰ ਹੈ। ਉਹ ਇਹਨਾਂ ਤੋਂ ਵੀ ਪਹਿਲਾਂ ਹੈ, ਉਹ ਇਹਨਾਂ ਨੂੰ ਵੀ ਬਣਾਉਣ ਵਾਲਾ ਹੈ। ਤੇ ਫਿਰ ਉਹ ਆਦੇਸ਼ ਹਜ਼ੂਰ ਕਹਿੰਦੇ ਨੇ, ਉਹ ਆਦੇਸ਼ ਸਾਰੇ ਹੀ ਦੇਸ਼ਾਂ ਵਿੱਚ ਆਇਆ ਹੋਇਆ, ਸਭ ਥਾਵਾਂ ਤੇ ਪਰਿਪੂਰਨ ਹੈ। ਕਿ ਸਰਬੱਤਰ ਦਿਸੈ, ਕਿ ਸਰਬੱਤਰ ਭੇਸੈ। ਤੇ ਆਦੇਸ਼ ਫਿਰ ਉਸ ਵਾਹਿਗੁਰੂ ਦਾ ਕੋਈ ਖਾਸ ਦੇਸ਼ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਵਾਹਿਗੁਰੂ ਫਲਾਨੀ ਥਾਂ ਤੇ ਹੀ ਰਹਿੰਦਾ ਹੈ। ਜਿਵੇਂ ਕਿ ਕੁਝ ਧਰਮਾਂ ਦਾ ਖਿਆਲ ਹੈ, ਅੱਲਾਹੋ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਪਰ ਹਜ਼ੂਰ ਕਹਿੰਦੇ ਨਹੀਂ, ਉਹ ਵਾਹਿਗੁਰੂ ਦਾ ਕੋਈ ਇੱਕ ਦੇਸ਼ ਨਹੀਂ ਹੈ, ਉਹ ਸਰਵ ਵਿਆਪਕ ਹੈ। ਸਾਡੀ ਉਸੇ ਨੂੰ ਆਦੇਸ਼ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਵਾਹਿਗੁਰੂ ਭਾਈ ਆਦ ਸਭ ਦਾ ਕਾਰਨ ਰੂਪ ਹੈ ਤੇ ਅਨੀਲ, ਨੀਲ ਆਦਿਕ ਸੰਖਿਆ ਤੋਂ ਵੀ ਰਹਿਤ ਹੈ। ਭਾਵ ਕਿਸੇ ਗਿਣਤੀ ਮਿਣਤੀ ਵਿੱਚ ਉਹ ਨਹੀਂ ਆ ਸਕਦਾ। ਕਦੋਂ ਉਹ ਪੈਦਾ ਹੋਇਆ, ਉਹਨੂੰ ਕਿੰਨੇ ਸਾਲ ਹੋ ਗਏ ਨੇ, ਕੋਈ ਨਹੀਂ ਗਿਣ ਸਕਦਾ। ਕਦੋਂ ਤੱਕ ਰਹਿਣਾ ਹੈ, ਕੋਈ ਗਿਣਤੀ ਨਹੀਂ ਹੋ ਸਕਦੀ। ਕਿੱਥੋਂ ਵਾਹਿਗੁਰੂ ਸ਼ੁਰੂ ਹੁੰਦਾ ਹੈ ਤੇ ਕਿੱਥੇ ਜਾ ਕੇ ਉਹਨੇ ਖਤਮ ਹੋਣਾ, ਕੋਈ ਇਸ ਦੀ ਗਿਣਤੀ ਨਹੀਂ ਹੈ। ਅਨਾਦ, ਫਿਰ ਉਸ ਦੀ ਕੋਈ ਉਤਪਤੀ ਨਹੀਂ ਦੱਸ ਸਕਦਾ। ਅਨਾਹਤ, ਫਿਰ ਕਦੀ ਉਹ ਨਾਸ਼ ਵੀ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵੇਸ ਧਾਰਨ ਕਰਕੇ ਰਹਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਸਿੱਧ ਲੋਕੋ, ਸਾਡੀ ਤੇ ਉਹਦੇ ਹੀ ਚਰਨਾਂ ਦੇ ਉੱਤੇ ਨਮਸਕਾਰ ਹੈ। ਅਸੀਂ ਤੇ ਉਹਦੇ ਹੀ ਚਰਨਾਂ ਤੇ ਡੰਡੌਤ ਬੰਦਨਾ ਕਰਦੇ ਹਾਂ। ਐਵੇਂ ਕਿ ਦਰ ਜਾਂ ਮੜੀਆਂ ਮਸਾਣੀਆਂ ਜਾਂ ਦੇਹ ਧਾਰੀਆਂ ਦੇ ਮਗਰ ਮੱਥੇ ਟੇਕਣੇ ਨੇ। ਇੱਕ ਅਕਾਲ ਦੇ ਪੁਜਾਰੀ ਬਣਨਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਵੀ ਅਖੀਰ ਦੇ ਸਮੇਂ ਖਾਲਸੇ ਨੂੰ ਇਹ 3 ਬਚਨ ਕਹੇ ਸਨ। ਖਾਲਸਾ ਜੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ ਹੈ। ਪੂਜਾ ਅਕਾਲ ਦੀ ਕਰਨੀ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਾਰੇ ਗੁਰੂਆਂ ਦੀ ਬਾਣੀ ਵੀ ਇੱਕ ਹੈ, ਵਿਚਾਰਧਾਰਾ ਵੀ ਇੱਕ ਹੈ, ਸਿਧਾਂਤ ਵੀ ਇੱਕ ਹੈ, ਨਿਸ਼ਾਨਾ ਵੀ ਇੱਕ ਹੈ। ਇਸ ਲਈ ਹਜ਼ੂਰ ਕਹਿੰਦੇ ਸਾਨੂੰ ਉਸੇ ਵਾਹਿਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ। ਤੇ ਨਾਲ ਹੀ ਸਤਿਗੁਰੂ ਨੇ ਆਖਿਆ ਪਰਚਾ ਸ਼ਬਦ ਦਾ ਰੱਖਣਾ। ਸ਼ਬਦ ਤੋਂ ਮੁਰਾਦ ਹੈ ਗੁਰਬਾਣੀ ਦੀ, ਨਾਮ ਦੀ, ਸਿਮਰਨ ਦੀ। ਗੁਰਸਿੱਖ ਬਾਣੀ ਸੁਣੇ, ਬਾਣੀ ਪੜ੍ਹੇ, ਹੋਰ ਇਸ ਤੋਂ ਬਿਨਾਂ ਹੋਰ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਸਿੱਖ ਦਾ। ਤੇ ਦੀਦਾਰ ਖਾਲਸੇ ਦਾ ਕਰੇ। ਐਵੇਂ ਨਾ ਪੀਰਾਂ ਤੇ ਪੰਡਤਾਂ ਦੇ ਮਗਰ ਤੁਰਿਆ ਫਿਰੇ। ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਮਹਾਂਪੁਰਖ ਨੇ, ਸੰਤ ਸਿਪਾਹੀ ਨੇ, ਉਹਨਾਂ ਦਾ ਜਾ ਕੇ ਦੀਦਾਰ ਕਰੇ, ਉਹਨਾਂ ਤੋਂ ਗੁਰਮਤਿ ਦੀ ਰੌਸ਼ਨੀ ਲਵੇ, ਉਹਨਾਂ ਦੇ ਜੀਵਨ ਤੋਂ ਸਿੱਖੀ ਦੀ ਪ੍ਰੇਰਣਾ ਲਵੇ। ਇਹ ਕਲਗੀਧਰ ਪਾਤਸ਼ਾਹ ਦੇ ਆਖਰੀ ਬਚਨ ਸਨ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨੇ ਚਾਹੀਦੇ ਨੇ। ਹੁਣ ਇੱਥੇ ਛੋਟਾ ਜਿਹਾ ਸਵਾਲ ਹੈ ਕਿ ਇਹ ਵੀ ਹੁੰਦਾ ਹੈ ਵੀ ਜਿਹੜੇ ਹੋਰ ਵੀ ਸਾਧੂ ਨੇ, ਕੋਈ ਕਰਾਮਾਤੀ ਵੀ ਨੇ, ਰਿੱਧੀਆਂ ਸਿੱਧੀਆਂ ਵਾਲੇ ਨੇ, ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਨੇ, ਜੇ ਗੁਰੂ ਦੇ ਸਿੱਖ ਵੀ ਉਹਨਾਂ ਕੋਲ ਚਲੇ ਜਾਣ ਤਾਂ ਕੀ ਹਰਜ ਹੈ? ਵੀ ਇਹਦਾ ਕਾਰਨ ਇਹ ਹੈ ਵੀ ਜੇ ਤੁਸੀਂ ਉਹਨਾਂ ਦੇ ਕੋਲ ਜਾਓਗੇ, ਤੁਸੀਂ ਆਪਣੇ ਗੁਰੂ ਵੱਲ ਪਿੱਠ ਕਰ ਲਵੋਗੇ, ਤੁਸੀਂ ਗੁਰੂ ਤੋਂ ਦੂਰ ਹੋ ਜਾਵੋਗੇ। ਜੇ ਗੁਰੂ ਤੋਂ ਦੂਰ ਹੋ ਕੇ ਹੀ ਅਸੀਂ ਕਿਸੇ ਕੋਲ ਜਾਣਾ ਹੈ ਤੇ ਕਿਸੇ ਦੀ ਮਰਜ਼ੀ, ਹੁਣ ਤੁਸੀਂ ਦੇਖੋ ਵੀ ਕਿਸੇ ਰਾਜੇ ਦਾ ਪੁੱਤਰ ਕਿਸੇ ਭਿਖਾਰੀ ਕੋਲੋਂ ਮੰਗਣ ਵਾਸਤੇ ਤੁਰ ਜਾਵੇ, ਸ਼ਰਮ ਵਾਲੀ ਗੱਲ ਹੀ ਹੈ ਨਾ। ਤੇ ਅਸੀਂ ਗੁਰੂ ਪਾਤਸ਼ਾਹ ਦੇ ਪੁੱਤਰ ਹਾਂ। ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਖਾਲਸਾ ਮੇਰਾ ਅਮਰ ਪੁੱਤਰ ਹੈ। ਅਸੀਂ ਗੁਰੂ ਦੇ ਪੁੱਤਰ ਤਾਂ ਬਣਦੇ ਨਹੀਂ ਕਿ ਅਸੀਂ ਪੰਡਤਾਂ ਤੇ ਪੀਰਾਂ ਦੇ ਜਾ ਕੇ ਮੁਰੀਦ ਬਣਨ ਲਈ ਤਿਆਰ ਹਾਂ। ਇਹ ਬਹੁਤ ਦੁੱਖ ਦੀ ਗੱਲ ਹੈ। ਗੁਰੂ ਦੇ ਸਿੱਖਾਂ ਨੂੰ ਗੁਰੂ ਦੇ ਸਿੱਖ ਬਣਨਾ ਚਾਹੀਦਾ, ਸਿੰਘ ਬਣਨਾ ਚਾਹੀਦਾ, ਖਾਲਸੇ ਸਜਣਾ ਚਾਹੀਦਾ। ਇਹਦੇ ਨਾਲ ਹੀ ਸਾਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ। ਇਹ ਪ੍ਰੇਰਣਾ
ਸਾਨੂੰ ਖਾਲਸੇ ਦੇ ਦੀਦਾਰ ਤੋਂ ਹੀ ਮਿਲਣੀ ਹੈ, ਪੰਡਤਾਂ ਪੀਰਾਂ ਕੋਲੋਂ ਨਹੀਂ ਮਿਲ ਸਕਦੀ। ਇਸੇ ਲਈ ਦੀਦਾਰ ਖਾਲਸੇ ਦੇ ਕਰਨ ਦੀ ਗੱਲ ਸਤਿਗੁਰੂ ਨੇ ਆਗਿਆ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।